ਇਹ ਕੇਂਦਰ ਸਰਕਾਰ ਦੀ ਹੁਣ ਇੰਨੀ ਜ਼ਰੂਰਤ ਨਹੀਂ ਰਹੀ ਵੀ ਇਹਨਾਂ ਨੂੰ ਧੱਕੇ ਦੇ ਨਾਲ ਉੱਥੋਂ ਉਠਾ ਸਕਣ। ਜਿਹੜੇ ਸੰਘਰਸ਼ ਕਰ ਰਹੇ ਨੇ ਉਹ ਅੱਜ ਵੀ ਉੱਥੇ ਉਦਾਂ ਹੀ ਡਟੇ ਨੇ। ਸਿਰਫ ਫਰਕ ਪਿਆ ਤਾਂ ਸਾਡੀ ਸੋਚ 'ਚ। ਅਸੀਂ ਸ਼ਾਇਦ ਇਹਨਾਂ ਲੀਡਰਾਂ ਦੇ ਪਿੱਛੇ ਲੱਗ ਗਏ। ਇਹਨਾਂ ਨੇ ਹੱਥਿਆਂ ਦੇ ਉੱਤੇ ਲਾਠੀ ਚਾਰਜ ਕਰ ਲਿਆ, ਕਦੀ ਕਰਨਾਲ 'ਚ ਕਰ ਲਿਆ। ਕੱਲ੍ਹ ਵੀ ਇਹਨਾਂ ਨੇ ਮੋਗੇ ਦੇ ਵਿੱਚ ਬਹੁਤ ਜ਼ਿਆਦਾ ਲਾਠੀ ਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਚਲਾਏ ਨੇ। ਵੋਟਾਂ ਹਰ 5 ਸਾਲ ਬਾਅਦ ਆ ਜਾਣੀਆਂ, ਪਰ ਜੇ ਇੱਕ ਵਾਰ ਇਹ ਮੌਕਾ, ਇਹ ਮੋਰਚਾ ਅਸੀਂ ਖੁੱਸ ਗਏ, ਇਹ ਜ਼ਿੰਦਗੀ ਭਰ ਮੌਕਾ ਨਹੀਂ ਮਿਲਣਾ। ਜ਼ਮੀਨਾਂ ਤੋਂ ਹੱਥ ਧੋ ਬੈਠਾਂਗੇ। ਬਾਹਰ ਵਾਲੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਕਿਸੇ ਦੇਸ਼ ਨਾਲ ਜੰਗ ਲੱਗੀ ਹੋਵੇ, ਆਪਣੇ ਦੇਸ਼ ਵਾਸੀਆਂ ਨਾਲ। ਕੋਈ ਸਰਕਾਰ ਇਦਾਂ ਨਹੀਂ ਕਰਦੀ। ਜੇ ਕਿਸਾਨੀ ਸੰਘਰਸ਼ ਠੰਡਾ ਪਿਆ ਹੁੰਦਾ ਤੇ ਫਿਰ ਇਹਨਾਂ ਸਿਆਸੀ ਪਾਰਟੀਆਂ ਨੂੰ ਕੀ ਲੋੜ ਸੀ ਥਾਂ ਥਾਂ ਆਪਣੀਆਂ ਰੈਲੀਆਂ ਕਰਨ ਦੀ। ਇਹਨਾਂ ਨੂੰ ਪਤਾ ਆ ਕਿ ਜਿਹੜਾ ਇਹਨਾਂ ਦਾ ਕੇਡਰ ਆ, ਵੋਟ ਬੈਂਕ ਹੈਗਾ, ਉਹ ਇਹਨਾਂ ਦੇ ਹੱਥੋਂ ਖਿਸਕਦਾ ਜਾ ਰਿਹਾ। ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਲਈ ਅੱਜ ਗੁਰਦਾਸਪੁਰ ਤੋਂ ਨੌਜਵਾਨ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਸੰਘਰਸ਼ ਦੇ ਲਈ ਰਵਾਨਾ ਹੋਇਆ, ਤਾਂ ਜੋ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਮੋਗਾ 'ਚ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਕਿਹਾ ਕਿ ਕਿਸਾਨਾਂ ਤੇ ਹੋਏ ਮਾਮਲੇ ਰੱਦ ਕਰਵਾਉਣ ਦੇ ਲਈ ਮੋਗਾ 'ਚ ਵੱਡਾ ਇਕੱਠ ਕਰਨਗੇ। ਅੱਜ ਸਾਡਾ ਪੰਜਾਬ ਫੈਡਰੇਸ਼ਨ ਵੱਲੋਂ ਗੁਰਦਾਸਪੁਰ ਦੇ ਸਾਰੇ ਹੀ ਨੌਜਵਾਨਾਂ ਵੱਲੋਂ ਸਿੰਘੂ ਬਾਰਡਰ ਨੂੰ ਕੂਚ ਕੀਤੀ ਆ, ਕਿਉਂਕਿ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵੱਖ-ਵੱਖ ਥਾਵਾਂ ਤੇ ਬੜਾ ਹੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਇਸੇ ਤਰ੍ਹਾਂ ਦਾ ਹੀ ਦੁਬਾਰਾ ਇੱਕ ਅਸੀਂ ਕਿਸਾਨੀ ਲਹਿਰ ਨੂੰ ਚੁੱਕਣ ਵਾਸਤੇ, ਜੋਸ਼ ਭਰਨ ਵਾਸਤੇ ਸਾਰੇ ਹੀ ਨੌਜਵਾਨਾਂ ਨੇ ਵੱਖ-ਵੱਖ ਪਿੰਡਾਂ ਤੋਂ ਉਪਰਾਲਾ ਕੀਤਾ ਔਰ ਤਕਰੀਬਨ ਵੱਡਾ ਕਾਫਲਾ ਲੈ ਕੇ ਸਿੰਘੂ ਬਾਰਡਰ ਤੇ ਜਾ ਰਹੇ ਨੇ। ਜੇ ਕਿਸਾਨੀ ਸੰਘਰਸ਼ ਠੰਡਾ ਪਿਆ ਹੁੰਦਾ ਤੇ ਫਿਰ ਇਹਨਾਂ ਸਿਆਸੀ ਪਾਰਟੀਆਂ ਨੂੰ ਕੀ ਲੋੜ ਸੀ ਥਾਂ ਥਾਂ ਆਪਣੀਆਂ ਰੈਲੀਆਂ ਕਰਨ ਦੀ। ਇਹਨਾਂ ਨੂੰ ਪਤਾ ਆ ਕਿ ਜਿਹੜਾ ਇਹਨਾਂ ਦਾ ਕੇਡਰ ਆ, ਵੋਟ ਬੈਂਕ ਹੈਗਾ, ਉਹ ਇਹਨਾਂ ਦੇ ਹੱਥੋਂ ਖਿਸਕਦਾ ਜਾ ਰਿਹਾ। ਦਿਨੋਂ ਦਿਨ ਕਿਸਾਨੀ ਸੰਘਰਸ਼ ਅਸੀਂ ਸਮਝਦੇ ਆ ਕਿ ਮਜ਼ਬੂਤ ਹੁੰਦਾ ਜਾ ਰਿਹਾ, ਕਿਉਂਕਿ ਇਹ ਕੇਂਦਰ ਸਰਕਾਰ ਦੀ ਹੁਣ ਇੰਨੀ ਜ਼ਰੂਰਤ ਨਹੀਂ ਰਹੀ ਵੀ ਇਹਨਾਂ ਨੂੰ ਧੱਕੇ ਦੇ ਨਾਲ ਉੱਥੋਂ ਉਠਾ ਸਕਣ। ਔਰ ਸਿਰਫ ਇੱਕ ਛੋਟੇ ਉਪਰਾਲੇ ਕਰ ਰਹੀ। ਇਹਨਾਂ ਦੇ ਹੱਥਿਆਂ ਦੇ ਉੱਤੇ ਲਾਠੀ ਚਾਰਜ ਕਰ ਲਿਆ, ਕਦੀ ਕਰਨਾਲ 'ਚ ਕਰ ਲਿਆ। ਕੱਲ੍ਹ ਵੀ ਇਹਨਾਂ ਨੇ ਮੋਗੇ ਦੇ ਵਿੱਚ ਬਹੁਤ ਜ਼ਿਆਦਾ ਲਾਠੀ ਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਚਲਾਏ ਨੇ। ਇਹ ਬਾਹਰ ਵਾਲੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਕਿਸੇ ਦੇਸ਼ ਨਾਲ ਜੰਗ ਲੱਗੀ ਹੋਵੇ, ਆਪਣੇ ਦੇਸ਼ ਵਾਸੀਆਂ ਨਾਲ। ਕੋਈ ਸਰਕਾਰ ਇਦਾਂ ਨਹੀਂ ਕਰਦੀ। ਬਿਲਕੁਲ ਜੀ, ਇਹ ਤਾਂ ਸਾਡੇ ਸਾਰਿਆਂ ਦਾ ਫਰਜ਼ ਬਣਦਾ ਆ ਵੀ ਉੱਥੇ ਪਹੁੰਚੀਏ, ਸਾਰਾ ਪੰਜਾਬ ਇਕੱਠਾ ਹੋਈਏ। ਔਰ ਸਾਡੀ ਵੀ ਇਹ 100% ਕੋਸ਼ਿਸ਼ ਆ ਵੀ ਅਸੀਂ ਰਸਤੇ ਦੇ ਵਿੱਚ ਜਾਂਦੇ ਕਿਉਂਕਿ ਅੱਜ ਸਾਡਾ ਠਹਿਰਾ ਸ਼ਾਹਬਾਦ ਆ, ਸਾਡੇ ਕੋਲ ਟਾਈਮ ਕਾਫੀ। ਅਸੀਂ ਮੋਗੇ ਵੀ ਜ਼ਰੂਰ ਹੋ ਕੇ ਜਾਣਾ ਆ, ਉੱਥੇ ਆਪਣੀ ਹਾਜ਼ਰੀ ਵੀ ਲਵਾਉਣੀ ਆ, ਕਿਉਂਕਿ ਸਾਰਿਆਂ ਦੀ ਸਾਂਝੀ ਲੜਾਈ ਆ। ਜਿਹੜੇ ਵੀ ਕਿਸਾਨ ਨੇ ਪੂਰੇ ਪੰਜਾਬ ਦੇ ਸਾਂਝੇ ਨੇ, ਪੂਰੇ ਦੇਸ਼ ਦੇ ਸਾਂਝੇ ਨੇ, ਔਰ ਅਸੀਂ ਵੀ ਆਪਣੇ ਜ਼ਿਲ੍ਹੇ ਤੋਂ ਉੱਥੇ ਪਹੁੰਚ ਜ਼ਰੂਰ ਕਰਾਂਗੇ। ਬਿਲਕੁਲ ਜੀ, ਇਹ ਸਰਕਾਰ ਦੀ ਇੱਕ ਇੱਦਾਂ ਦੀ ਰਣਨੀਤੀ ਬਣਾਈ ਜਾ ਰਹੀ ਆ। ਇੱਕ ਦੇ ਕਰੋਨਾ ਨੂੰ ਲੈ ਕੇ, ਇੱਕ ਥਾਂ ਤੇ ਜਿਹੜਾ ਬੀਜੇਪੀ ਨੇ ਪਲਾਨ ਬਣਾਇਆ ਵੀ ਘਰਾਂ 'ਚੋਂ ਨਿਕਲੋ, ਰੈਲੀਆਂ ਕਰੋ, ਔਰ ਪੁੱਠੇ ਸਿੱਧੇ ਬਿਆਨ ਇੱਦਾਂ ਦੇ ਦਿੰਦੇ ਆ ਵੀ ਇਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਨੇ ਸਾਡਾ ਵਿਰੋਧ ਕਰਨਾ ਹੀ ਕਰਨਾ। ਔਰ ਇਹਨਾਂ ਨੂੰ ਇੱਕ ਮੀਡੀਆ ਦੇ ਵਿੱਚ ਅਹਿੰਸਕ ਦਿਖਾ ਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਤੀਜੀ ਲਹਿਰ ਦੇ ਵਿੱਚ ਵੀ ਇਹਨਾਂ ਨੇ ਇੱਕ ਪ੍ਰੋਪੋਗੰਡਾ ਵੱਡਾ ਕਰਨਾ ਹੈ, ਜੋ ਸਾਨੂੰ ਮਹਿਸੂਸ ਹੁੰਦਾ ਆ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਿਧਾਨ ਸਭਾ ਦੀ ਟਰਮ ਖਤਮ ਹੋਣ ਲੱਗੀ, ਉਦੋਂ ਜਿਹਨੂੰ ਜਾ ਕੇ ਤੀਜੀ ਲਹਿਰ ਚਲਾ ਦੇਣੀ ਆ ਔਰ ਕਹਿ ਦੇਣਾ ਵੀ ਹੁਣ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਇਹ ਸਾਰੇ ਪ੍ਰੋਪੋਗੰਡੇ ਆ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਸਤੇ, ਪਰ ਇਦਾਂ ਇਹ ਕਦੀ ਵੀ ਆਪਣੀ ਕਾਮਯਾਬੀ ਨਹੀਂ ਹੋ ਸਕੇਗੀ ਆਪਣੀ ਚਾਲਾਂ ਦੇ ਵਿੱਚ ਜੀ, ਕਿਉਂਕਿ ਇੱਥੇ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪੈਂਦੀ ਆ। ਔਰ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਵੀ ਇੱਥੇ ਸ਼ਰਾਰਤੀ ਲੋਕ ਕੁਝ ਵਿੱਚ ਵੜ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਕਿਸਾਨ ਵੀ ਸਾਡੇ ਭਾਵੁਕ ਹੋ ਕੇ ਲੱਗ ਜਾਂਦੇ ਨੇ ਨਾਲ, ਕਿਉਂਕਿ ਕਿਸਾਨਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਵਾਲੀ ਗੱਲ ਹੋ ਰਹੀ ਆ। ਔਰ ਇੱਕ ਮੈਂ ਬੇਨਤੀ ਕਰਾਂਗਾ ਸਾਰੇ ਭਾਈਚਾਰੇ ਨੂੰ ਵੀ ਇੱਦਾਂ ਅਸੀਂ ਆਪਸੀ ਟਕਰਾਅ ਕਰਾਂਗੇ, ਸਾਡਾ ਆਪਸੀ ਭਾਈਚਾਰਾ ਖਤਮ ਹੋਏਗਾ। ਸਭ ਤੋਂ ਵੱਡੀ ਵਿਰੋਧ ਦੀ ਗੱਲ ਇਹ ਆ, ਇਹਨਾਂ ਦੀ ਰੈਲੀਆਂ 'ਚ ਜਾਣਾ ਬੰਦ ਕਰ ਦਿਓ। ਇਹਨਾਂ ਦਾ ਪਿੰਡਾਂ ਦੇ ਵਿੱਚ ਆਣ ਤੇ ਵਿਰੋਧ ਕੀਤਾ ਜਾਏ। ਇਹਨਾਂ ਦੇ ਜਿੱਥੇ ਪੋਸਟਰ ਲੱਗਦੇ ਉਹਨਾਂ ਦਾ ਵਿਰੋਧ ਕਰੋ। ਸਭ ਤੋਂ ਵੱਡੀ ਗੱਲ ਆ ਵੀ ਰੈਲੀਆਂ ਦੇ ਵਿੱਚ ਹੀ ਜਾਣਾ ਬੰਦ ਕਰ ਦਿਓ। ਆਪਣੇ ਆਪ ਇਹ ਤੁਹਾਡੇ ਕੋਲ ਪਹੁੰਚ ਹੀ ਨਹੀਂ ਕਰਨਗੇ। ਕਰਨ ਵਾਸਤੇ ਹੀ ਇਹ ਕਾਫਲਾ ਦਿੱਲੀ ਨੂੰ ਲੈ ਜਾ ਰਹੇ ਹਾਂ। ਪਹਿਲਾਂ ਤੇ ਲੜਾਈ ਸਿਰਫ ਸੈਂਟਰ ਦੀ ਸਰਕਾਰ ਨਾਲ ਸੀ, ਹੁਣ ਲੱਗਦਾ ਕਿ ਆਪਣੇ ਭਰਾਵਾਂ ਨਾਲ ਵੀ ਇਹ ਲੜਾਈ ਲੜਨੀ ਪੈਣੀ ਹੈ, ਜਿਨ੍ਹਾਂ ਨੂੰ ਅੱਜ ਤੋਂ 6 ਤੋਂ 8 ਮਹੀਨੇ ਪਹਿਲਾਂ ਤਾਂ ਦਿੱਲੀ ਮੋਰਚਾ ਹੀ ਸਭ ਤੋਂ ਜ਼ਰੂਰੀ ਲੱਗਦਾ ਸੀਗਾ ਕਿ ਸ਼ਾਇਦ ਉੱਥੇ ਹਾਜ਼ਰੀ ਭਰਨਾ ਕੋਈ ਇੱਦਾਂ ਪਿਕਨਿਕ ਸਪੌਟ ਦੀ ਤਰ੍ਹਾਂ ਬਣਿਆ ਸੀ। ਹਰ ਬੰਦਾ ਆਪਣੇ ਬੱਚਿਆਂ ਨੂੰ ਵੀ ਉੱਥੇ ਜਿੱਦਾਂ ਕੋਈ ਮੱਥਾ ਟਿਕਾਉਣ ਜਾਣਾ ਹੋਵੇ ਇੱਦਾਂ ਲੈ ਜਾਂਦਾ ਸੀ। ਤੇ ਅੱਜ ਕੀ ਹੋ ਗਿਆ, ਕੀ ਫਰਕ ਪੈ ਗਿਆ? ਜੇ ਅਸੀਂ ਉਦਣ ਜਾ ਕੇ, ਉਦਣ ਤਾਂ ਉੱਥੇ ਮੇਲਾ ਲੱਗਾ ਸੀ, ਮਨੋਰੰਜਨ ਸੀਗਾ।
ਜੇ ਉਦਣ ਜਾ ਕੇ ਮੁੜ ਮੋਰਚੇ ਦਾ ਮੂੰਹ ਨਹੀਂ ਨਾ ਕੀਤਾ ਤੇ ਫਿਰ ਅਸੀਂ ਮੰਨ ਲਈਏ ਕਿ ਅਸੀਂ ਉਹ ਮੇਲਾ ਜਾਂ ਮਨੋਰੰਜਨ ਵੇਖਣ ਗਏ ਸੀ, ਆਪਣੇ ਹੱਕ ਦੀ ਲੜਾਈ ਲੜਨ ਜਾਂ ਉਹਨਾਂ ਸੰਘਰਸ਼ੀਲ ਲੋਕਾਂ ਦਾ ਸਾਥ ਦੇਣ ਨਹੀਂ ਸੀ ਗਏ। ਜਿਹੜੇ ਸੰਘਰਸ਼ ਕਰ ਰਹੇ ਨੇ ਉਹ ਅੱਜ ਵੀ ਉੱਥੇ ਉਦਾਂ ਹੀ ਡਟੇ ਨੇ। ਸਿਰਫ ਫਰਕ ਪਿਆ ਤਾਂ ਸਾਡੀ ਸੋਚ 'ਚ, ਅਸੀਂ ਸ਼ਾਇਦ ਇਹਨਾਂ ਲੀਡਰਾਂ ਦੇ ਪਿੱਛੇ ਲੱਗ ਗਏ। ਇਹ ਸਾਰੇ ਅੱਜ ਦੇ ਜੋ ਵੀ ਕਾਫਲਾ ਅਸੀਂ ਲਿਜਾ ਰਹੇ ਹਾਂ, ਇਹਦਾ ਮੰਤਵ ਇਹੀ ਆ ਕਿ ਇੱਕ ਵਾਰ ਫਿਰ ਤੋਂ ਜਾਗਰੂਕਤਾ ਆਏ ਤੇ ਸਾਰੇ ਹਰ ਹੱਟੀ ਭੱਠੀ ਤੇ ਅਸੀਂ ਫਿਰ ਮੋਰਚੇ ਦੀ ਹੀ ਗੱਲ ਚਲਾ ਸਕੀਏ, ਨਾ ਕਿ ਵੋਟਾਂ ਦੀ। ਵੋਟਾਂ ਹਰ 5 ਸਾਲ ਬਾਅਦ ਆ ਜਾਣੀਆਂ, ਪਰ ਜੇ ਇੱਕ ਵਾਰ ਇਹ ਮੌਕਾ, ਇਹ ਮੋਰਚਾ ਅਸੀਂ ਖੁੱਸ ਗਏ, ਇਹ ਜ਼ਿੰਦਗੀ ਭਰ ਮੌਕਾ ਨਹੀਂ ਮਿਲਣਾ। ਜ਼ਮੀਨਾਂ ਤੋਂ ਹੱਥ ਧੋ ਬੈਠਾਂਗੇ। ਬਸ ਇਹੋ ਸਾਰਿਆਂ ਨੂੰ ਬੇਨਤੀ ਆ, ਇੱਧਰ ਧਿਆਨ ਦਿਓ। ਜਿੱਦਾਂ ਤੁਸੀਂ 6-8 ਮਹੀਨੇ ਪਹਿਲਾਂ ਦਿੱਤਾ ਸੀਗਾ, ਜਿੰਨਾ ਜ਼ਰੂਰੀ ਤੁਹਾਨੂੰ ਉਸ ਟਾਈਮ ਮੋਰਚੇ 'ਚ ਸ਼ਮੂਲੀਅਤ ਕਰਨਾ ਲੱਗਦਾ ਸੀਗਾ, ਜ਼ਰੂਰੀ ਅੱਜ ਵੀ ਓਨਾ ਹੀ ਆ। ਬਸ ਅੱਜ ਉੱਥੇ ਮੇਲਾ ਜਾਂ ਮਨੋਰੰਜਨ ਨਹੀਂ ਆ, ਅੱਜ ਉਹ ਸੰਘਰਸ਼ ਆ। ਤੇ ਜੇ ਸੰਘਰਸ਼ ਕਰਨਾ ਚਾਹੁੰਦੇ ਜੇ ਜਾਂ ਹੱਕਾਂ ਦੀ ਲੜਾਈ 'ਚ ਉਹਨਾਂ ਬੰਦਿਆਂ ਦਾ ਸਾਥ ਦੇਣਾ ਚਾਹੁੰਦੇ ਜੇ ਤੇ ਮੋਰਚੇ ਦਾ ਰੁਖ ਕਰੋ ਤੇ ਜਾ ਕੇ ਮੋਰਚਾ ਮੱਲੋ। ਪਾਰਟੀਆਂ ਸਾਰੀਆਂ ਇੱਕੋ ਨੇ। ਹੁਣ ਜੇ ਕੈਪਟਨ ਸਾਹਿਬ ਆ ਤੇ ਇਹਨਾਂ ਦੀ ਜਿੰਨੀ ਮੇਰਾ ਖਿਆਲ ਨਾਲ ਇਹਨਾਂ ਦੇ ਮਿਲੀ ਭੁਗਤਾ ਮੋਦੀ ਨਾਲ ਤੇ ਅਮਿਤ ਸ਼ਾਹ ਨਾਲ, ਜਦੋਂ ਵੀ ਦਿੱਲੀ ਮਿਲਣ ਸੋਨੀਆ ਗਾਂਧੀ ਨੂੰ ਜਾਂਦੇ ਆ, ਪਹਿਲੀ ਮੁਲਾਕਾਤ ਉਹਨਾਂ ਨਾਲ ਕਰਕੇ ਆਉਂਦੇ ਆ। ਇਹਨਾਂ ਲੀਡਰਾਂ ਦਾ ਸਾਰਾ ਸੱਚਾ ਇੱਕੋ ਹੀ ਆ, ਇਹਨਾਂ ਤੋਂ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ। ਜਦੋਂ ਤੱਕ ਅਸੀਂ ਬੀਜੇਪੀ ਦਾ ਲੱਕ ਨਹੀਂ ਤੋੜ ਦਿੰਦੇ, ਜਦੋਂ ਤੱਕ ਇਹ ਲੀਡਰ ਫਿਰ ਤੋਂ ਉੱਠਣ ਜੋਗਾ ਨਹੀਂ ਰਹਿੰਦਾ। ਜਿਹੜਾ ਝੁਕ ਜਾਵੇ ਨਾ, ਹਨੇਰੀ ਆਈ ਤੇ ਇਹ ਕਿਸਾਨਾਂ ਨੇ ਇੱਕ ਤੂਫਾਨ ਲਿਆਂਦਾ ਵਾ, ਤੇ ਜਿਹੜਾ ਇਹਦੇ 'ਚ ਝੁਕ ਜੂਗਾ ਉਹਦੇ ਫੇਰ ਉੱਠਣ ਦੀ ਉਮੀਦ ਰਹੂਗੀ, ਤੇ ਜਿਹੜਾ ਆਕੜ ਕੇ ਖਲੋਤਾ ਰਹੂਗਾ, ਜੜ੍ਹਾਂ ਤੋਂ ਪੁੱਟਿਆ ਜਾਊਗਾ, ਮੋੜੋ ਉੱਠਦਾ ਨਹੀਂ। ਫਿਰ ਕਿਸਾਨੀ ਸੰਘਰਸ਼ ਨੂੰ ਢਾਹ ਨਹੀਂ ਲੱਗ ਸਕਦੀ। ਇਹ ਬੜੀ ਪਹਿਲਾਂ ਤੋਂ ਗੱਲ ਸੀ, ਜਦੋਂ ਤੋਂ ਅਸੀਂ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸੀ, ਉਦੋਂ ਤੋਂ ਅਸੀਂ ਇਹ ਗੱਲ ਦਾ ਜ਼ਿਕਰ ਕਰਦੇ ਸੀਗੇ ਕਿ ਨਾ ਤਾਂ ਕਦੇ ਬੀਜੇਪੀ ਸਰਕਾਰ ਆਉਣੀ ਆ ਪੰਜਾਬ ਦੇ ਵਿੱਚ, ਨਾ ਪਹਿਲਾਂ ਆਉਣੀ ਸੀ, ਨਾ ਕਦੇ ਹੁਣ। ਤੇ ਬਿਲਕੁਲ ਉਹਨਾਂ ਦਾ ਪੱਤਾ ਹੀ ਸਾਫ਼ ਹੋ ਗਿਆ ਤੇ ਉਹਨਾਂ ਨੂੰ ਇੱਕ ਹੀ ਤਰੀਕਾ ਦਿਸਦਾ ਵਾ ਕਿ ਕਿਸੇ ਤਰ੍ਹਾਂ ਵੀ ਅਸੀਂ ਉਹਨਾਂ ਦਾ ਜਵਾਬ ਉਹਨਾਂ ਦੇ ਭਾਸ਼ਾ 'ਚ ਦਈਏ, ਮੂੰਹ ਤੋੜਵਾਂ, ਕਿਸੇ ਤਰ੍ਹਾਂ ਵੀ ਹਿੰਸਕ ਹੋਈਏ ਤੇ ਉਹਨਾਂ ਨੂੰ ਮੌਕਾ ਮਿਲ ਜਾਵੇ ਇਹੋ ਜਿਹਾ ਕੁਝ ਕਹਿਣ ਦਾ ਕਿ ਇੱਥੇ ਸ਼ਾਂਤੀ ਨਹੀਂ ਹੈਗੀ ਜਾਂ ਇੱਥੇ ਲਾਅ ਐਂਡ ਆਰਡਰ ਮੇਨਟੇਨ ਨਹੀਂ ਆ, ਤੇ ਅਸੀਂ ਉਹ ਰਾਸ਼ਟਰਪਤੀ ਰਾਜ ਲਾ ਕੇ ਹੀ ਪੰਜਾਬ ਤੇ ਰਾਜ ਕਰ ਸਕਦੇ। ਅਦਰਵਾਈਜ਼ ਉਹਨਾਂ ਨੂੰ ਹੋਰ ਕੋਈ ਦਿਸਦਾ ਨਹੀਂ ਰਾਹ। ਦੱਸ ਦਈਏ ਕਿ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾ ਕੇ ਆਪਣੀ ਮਨਮਰਜ਼ੀ ਕਰਨਾ ਚਾਹੁੰਦੀ ਹੈ, ਪਰ ਉਹਨਾਂ ਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ। ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।